ਬਹੁਤ ਹੀ ਪਿਆਰ ਭਰੀ ਮਿੱਠੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਸਾਰੇ ਫਗਵਾੜਾ ਪ੍ਰਾਈਮ ਟਾਈਮ ਟੀਵੀ ਦੇ ਸਰੋਤਿਆਂ ਨੂੰ। ਤੁਸੀਂ ਜੁੜ ਚੁੱਕੇ ਹੋ ਮਨੂ ਅਰੋੜਾ ਦੇ ਨਾਲ, ਫਗਵਾੜਾ ਪ੍ਰਾਈਮ ਟਾਈਮ ਟੀਵੀ ਦੇ ਨਾਲ। ਅੱਜ ਅਸੀਂ ਆਏ ਹਾਂ ਪਲਾਈ ਪਿੰਡ ਦੇ ਵਿੱਚ, ਜਿੱਥੇ ਅਕਾਲੀ ਦਲ ਵੀ ਹੈ, ਸੀਨੀਅਰ ਅਕਾਲੀ ਦਲ ਵੀ ਹੈ, ਐਸਸੀ ਵਿੰਗ ਵੀ ਹੈ, ਅਕਾਲੀ ਦਲ ਦੇ ਸੰਪੂਰਨ ਵਰਕਰਸ ਹੈਗੇ ਨੇ। ਅਕਾਲੀ ਦਲ ਦੀ ਜਿਹੜੀ ਫਗਵਾੜਾ ਹਲਕੇ ਦੀ ਮੀਟਿੰਗ ਚੱਲ ਰਹੀ ਹੈ ਇੱਥੇ, ਜਿਸ ਦੇ ਵਿੱਚ ਸਾਰੇ ਅਕਾਲੀ ਵਰਕਰਸ ਆਏ ਹੋਏ ਨੇ। ਉਹ ਵਿਰੋਧ ਜ਼ਾਹਿਰ ਕਰ ਰਹੇ ਨੇ ਆਪਣਾ, ਜਿਹੜੀ 4 ਮੈਂਬਰੀ ਕਮੇਟੀ ਬਣਾਈ ਗਈ ਸੀਗੀ ਹਲਕਾ ਫਗਵਾੜਾ ਨੂੰ ਲੈ ਕੇ। ਉਸ ਵਿਰੋਧ ਦੇ ਵਿੱਚ ਹਰ ਇੱਕ ਜਿਹੜਾ ਅਹੁਦੇਦਾਰ ਨੇ, ਤੁਹਾਨੂੰ ਅਸੀਂ ਪਹਿਲੇ ਵੀ ਤੁਹਾਡੇ ਰੂਬਰੂ ਹੋਏ ਸੀਗੇ 2-3 ਦਿਨ ਪਹਿਲਾਂ, ਸਾਰੇ ਅਹੁਦੇਦਾਰਾਂ ਨੇ ਰਿਜ਼ਾਈਨ ਕਰ ਦਿੱਤਾ ਸੀਗਾ। ਅੱਜ ਇਸ ਮੀਟਿੰਗ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਵੀ ਆਏ ਹੋਏ ਨੇ, ਜਿਹੜੇ ਸ਼ਹਿਰੀ ਵੀ ਨੇ, ਦਿਹਾਤੀ ਵੀ ਨੇ, ਜਿਸ 'ਚ ਦਵਿੰਦਰ ਸਿੰਘ ਜੀ ਨੇ, ਦੁਬਈ ਸਾਹਿਬ ਜੀ, ਔਰ ਵਾਲੀਆ ਸਾਹਿਬ ਵੀ ਆਏ ਨੇ, ਹਰਜੀਤ ਸਿੰਘ ਵਾਲੀਆ ਜੀ। ਉਹ ਮਨਾਉਣ ਆਏ ਨੇ ਵਰਕਰਸ ਨੂੰ, ਬਟ ਵਰਕਰਸ ਦਾ ਗੁੱਸਾ ਦੇਖਦੇ ਹੀ ਬਣਦਾ ਹੈ। ਹਰ ਇੱਕ ਵਰਕਰ ਨੇ ਆਪਣਾ ਰੋਸ ਜ਼ਾਹਿਰ ਕੀਤਾ ਹੈ ਵਾਈ ਸਾਹਿਬ ਦੇ ਵਿਰੋਧ ਦੇ ਵਿੱਚ, ਪਰਮਜੀਤ ਸਿੰਘ ਖੁਰਾਨਾ ਜੀ ਦੇ ਵਿਰੋਧ ਦੇ ਵਿੱਚ। ਉਹ ਚਾਹੁੰਦੇ ਨੇ ਕਿ ਜਿਹੜਾ ਹਲਕਾ ਇੰਚਾਰਜ ਕੁਲਾਰ ਸਾਹਿਬ ਸੀਗੇ, ਉਹ ਕੁਲਾਰ ਸਾਹਿਬ ਹੀ ਇੰਚਾਰਜ ਰਹਿਣ। ਜਿਹੜੀ ਇਲੈਕਸ਼ਨ ਦੀ ਜ਼ਿੰਮੇਵਾਰੀ ਹੈ ਕੁਲਾਰ ਸਾਹਿਬ ਦੇ ਹੱਥ ਦੇ ਵਿੱਚ ਹੀ ਰਹੇ। ਜਿਹੜੀ 4 ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਹਨੂੰ ਦਿੱਤਾ ਗਿਆ ਸੀਗਾ ਹਲਕੇ ਦਾ ਸਾਰਾ ਦਾਰੋਮਦਾਰ ਇਲੈਕਸ਼ਨ ਦੇ ਨਜ਼ਰ ਰੱਖਦੇ ਹੋਏ, ਉਹ ਕਹਿ ਰਹੇ ਆ ਕਿ ਇਲੈਕਸ਼ਨ ਦੇ ਵਿੱਚ ਜਿਹੜਾ ਦਾਰੋਮਦਾਰ ਹੈ ਹਲਕਾ ਇੰਚਾਰਜ ਕੋਲ ਰਹਿਣਾ ਚਾਹੀਦਾ ਹੈ, ਸਿਰਫ ਔਰ ਸਿਰਫ ਕੁਲਾਰ ਸਾਹਿਬ ਕੋਲ ਰਹਿਣਾ ਚਾਹੀਦਾ ਹੈ, ਔਰ 4 ਮੈਂਬਰੀ ਕਮੇਟੀ ਦਾ ਬਰਖਾਸਤ ਕਰ ਦਿੱਤੀ ਜਾਣੀ ਚਾਹੀਦੀ ਹੈ। ਔਰ ਇੱਥੇ ਅਸੀਂ ਆਏ ਹਾਂ, ਤੁਹਾਨੂੰ ਵਿਊਜ਼ ਵੀ ਦਿਖਾਵਾਂਗੇ, ਕਲਿੱਪਸ ਵੀ ਦਿਖਾਵਾਂਗੇ, ਬਾਈਟਸ ਵੀ ਦਿਖਾਵਾਂਗੇ, ਜਿਸ ਦੇ ਵਿੱਚ ਹਰ ਇੱਕ ਬੰਦਾ 4 ਮੈਂਬਰੀ ਕਮੇਟੀ ਦਾ ਵਿਰੋਧ ਕਰ ਰਿਹਾ। ਚਾਹੇ ਉਹ ਅਵਤਾਰ ਸਿੰਘ ਭਨਾਨੀ ਜੀ ਨੇ, ਜਿਹੜੇ ਕਿ ਮੀਤ ਪ੍ਰਧਾਨ ਨੇ ਜ਼ਿਲ੍ਹਾ ਦੇ, ਚਾਹੇ ਉਹ ਆਰਸੀ ਸਾਹਿਬ ਨੇ, ਚਾਹੇ ਉਹ ਰਣਜੀਤ ਸਿੰਘ ਜੀ ਨੇ, ਚਾਹੇ ਉਹ ਜਤਿੰਦਰ ਪਲਾਹੀ ਜੀ ਨੇ। ਹਰ ਇੱਕ ਦੇ ਬਿਆਨ ਇਹੀ ਆ ਰਹੇ ਨੇ ਸਾਹਮਣੇ ਕਿ ਅਸੀਂ ਵਿਰੋਧ ਕਰਦੇ ਹਾਂ ਇਸ 4 ਮੈਂਬਰੀ ਕਮੇਟੀ ਦਾ। ਅਗਰ ਤੁਸੀਂ ਇਲੈਕਸ਼ਨ ਦੇ ਵਿੱਚ ਸਾਡੀ ਜ਼ਿੰਮੇਵਾਰੀ ਚਾਹੁੰਦੇ ਹੋ, ਸਾਡਾ ਕੰਮਕਾਜ ਚਾਹੁੰਦੇ ਹੋ ਕਿ ਅਸੀਂ ਕੰਮ ਕਰੀਏ, ਆਪਣੇ ਅਹੁਦਿਆਂ 'ਤੇ ਬਣੇ ਰਹੀਏ, ਅਕਾਲੀ ਦਲ ਦੇ ਵਿੱਚ ਤਾਂ ਅਸੀਂ ਖੜੇ ਹੀ ਖੜੇ ਹਾਂ, ਬਟ ਆਪਣੇ ਅਹੁਦਿਆਂ 'ਤੇ ਵੀ ਕਾਇਮ ਰਹੀਏ ਔਰ ਆਪਣੀ ਜਾਨ ਲਗਾ ਦਈਏ ਪਾਰਟੀ ਨੂੰ ਜਿਤਾਉਣ ਲਈ, ਤੇ ਇਸ 4 ਮੈਂਬਰੀ ਕਮੇਟੀ ਨੂੰ ਬਰਖਾਸਤ ਕੀਤਾ ਜਾਵੇ। ਔਰ ਪਹਿਲੇ ਜਿੱਦਾਂ ਹਲਕਾ ਇੰਚਾਰਜ ਕੁਲਾਰ ਸਾਹਿਬ ਸੀਗੇ, ਕੁਲਾਰ ਸਾਹਿਬ ਨੂੰ ਹੀ ਹਲਕਾ ਇੰਚਾਰਜ ਬਣਾਇਆ ਜਾਵੇ। ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੀ ਅਸੀਂ ਕੰਮ ਕਰਾਂਗੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਦੁੱਖ ਜਾਂ ਸਾਡਾ ਦਰਦ ਸੁਣਨ ਲਈ ਪੁੱਜੇ ਹੋ। ਮੈਂ ਵਾਲੀਆ ਸਾਹਿਬ ਤੇ ਟਪਈ ਸਾਹਿਬ ਤੇ ਉਹਨਾਂ ਦੇ ਨਾਲ ਆਏ ਸਾਥੀਆਂ ਨੂੰ ਬੇਨਤੀ ਕਰਾਂਗਾ, ਸਾਰੀਆਂ ਪਬਲਿਕ ਨੂੰ ਬੇਨਤੀ ਕਰਾਂਗਾ, ਮੈਂ 2-4 ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਆ। ਕਿਉਂਕਿ ਜਦੋਂ ਦਾਲ ਦੇਖੀ ਦੀ ਹੈ, ਸਾਰੇ ਦਾਣੇ ਨਹੀਂ ਟੋਈਦੇ। ਇੱਕ ਦਾਣੇ ਤੋਂ ਪਤਾ ਲੱਗ ਜਾਂਦਾ ਵੀ ਦਾਲ ਗਲ ਗਈ ਕਿ ਨਹੀਂ ਗਲੀ। ਵਾਲੀਆ ਸਾਹਿਬ, ਆਪਾਂ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਸਾਨੂੰ ਇਹ ਕਮੇਟੀ ਮਨਜ਼ੂਰ ਕਿਉਂ ਨਹੀਂ। ਥੋੜਾ ਜਿਹਾ ਧਿਆਨ ਦਿਓ ਜੀ ਸਾਸਨ ਜੀ, ਸਾਨੂੰ ਇਹ ਕਮੇਟੀ, 1 ਮਿੰਟ ਜੀ, ਆਪਾਂ ਇਹ ਪੁਆਇੰਟ ਨੋਟ ਕਰਿਓ ਜੀ, ਸਾਨੂੰ ਕਮੇਟੀ ਮਨਜ਼ੂਰ ਕਿਉਂ ਨਹੀਂ। ਅਸੀਂ ਇਹ ਕਮੇਟੀ ਦਾ ਕਿਉਂ ਵਿਰੋਧ ਕੀਤਾ, ਅਸੀਂ ਕਿਉਂ ਨਹੀਂ ਇਸ ਕਮੇਟੀ ਤੇ ਵਿਸ਼ਵਾਸ ਕੀਤਾ? ਕਿਉਂਕਿ 1978 ਤੋਂ ਲੈ ਕੇ ਅੱਜ ਤੱਕ ਇਹ ਹਲਕਾ ਇੰਚਾਰਜ ਜੋ ਸਾਡਾ ਮੁਖੀ ਸੀ, ਇਹ ਤੇ ਅਸੀਂ ਵਿਸ਼ਵਾਸ ਕਰਦੇ ਹਾਂ। ਜੋਗਦਾਂ ਨੇ ਕਿਹਾ ਆਹੀ ਜਿਹੜੀ ਗਰੀਬ ਬੈਠੀ ਹੈ, ਇਹ ਥੱਲੇ ਦੇ ਗਰਾਊਂਡ ਲੈਵਲ ਤੇ ਇਹ ਸੇਵਾ ਕਰਦੀ ਆ ਰਹੀ ਹੈ। ਗਰਾਊਂਡ ਲੈਵਲ ਤੇ ਇਹ ਸੇਵਾ ਕਰਦੀ ਆ ਰਹੀ ਹੈ। ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ, ਜਦੋਂ ਵੀ ਅਸੀਂ ਇਹਨਾਂ ਤੇ ਵਿਸ਼ਵਾਸ ਕੀਤਾ, ਇਹਨਾਂ ਨੇ ਸਾਡਾ ਵਿਸ਼ਵਾਸਘਾਤ ਕੀਤਾ। ਮੈਂ ਐਲਾਨੀਆ ਅਤੇ ਖੁਫੀਆ ਤੁਸੀਂ ਇਹ ਪੜਚੋਲ ਕਰ ਲੈਣੀ ਵੀ ਇਹ ਜਿਹੜੀ ਕਰੀਬ ਬੈਠੀ ਹੈ। ਕਿਉਂਕਿ ਜਦੋਂ ਵੀ ਕੋਈ ਚੋਣ ਆਉਂਦੀ ਹੈ, ਚਾਹੇ ਵਿਧਾਨ ਸਭਾ ਦੀ ਹੋਵੇ, ਚਾਹੇ MP ਦੀ ਚੋਣ ਹੋਵੇ, ਇਹ ਡਰਾਮਾ ਜਿਹੜਾ ਹੁਣ ਹੋਇਆ ਇਹ ਹਰ ਵਾਰੀ ਹੁੰਦਾ। ਫਰਕ ਇਹ ਵੀ ਹੁੰਦਾ, ਧਿਆਨ ਦੇਣਾ ਜੀ, ਤੁਸੀਂ ਇਹ ਪਿਛਲੇ ਜਿਹਨਾਂ ਕੈਂਡੀਡੇਟਾਂ ਨੇ ਇਲੈਕਸ਼ਨ ਲੜੀਆਂ ਉਹਨਾਂ ਤੋਂ ਪੁੱਛ ਲਿਓ। ਇਹ ਆਪਣੇ 2-4 ਚਹੇਤੇ ਉਹਨਾਂ ਨੂੰ ਬਾਗੀ ਕਰ ਦਿੰਦਾ ਤੇ ਉਹਨਾਂ ਨੂੰ ਫਿਰ ਮਨਾਉਣ ਦੇ ਲਈ ਇਹ ਡਰਾਮਾ ਰਚਦਾ ਕਿ ਇਹਨਾਂ ਦਾ ਲੀਡਰ ਸਾਰਿਆਂ ਦਾ ਮੈਂ ਕਿਉਂਕਿ ਸਾਂਝਾ ਮੈਂ ਚੌਕਾ ਕਰਦਾ। ਜਦ ਕਿ ਉਹ ਜਿਹੜੇ ਲੀਡਰ ਨੇ, ਮੈਂ ਨਹੀਂ ਕਹਿਣਾ ਨਾ, ਮੈਂ ਜਿਹੜਾ ਪੁਆਇੰਟ ਦੱਸੂਗਾ ਮੈਂ ਸਮਝ ਆ ਜਾਏ। ਉਹ ਜਿਹੜੇ ਲੀਡਰ ਨੇ ਤੁਹਾਨੂੰ ਦੱਸ ਦੇਣਾ ਚਾਹੁੰਦਾ, ਉਹਨਾਂ ਨੂੰ ਤੁਸੀਂ ਕਮੇਟੀ 'ਚ ਪਾਤੇ, ਸਾਨੂੰ ਕੋਈ ਇਤਰਾਜ਼ ਨਹੀਂ। ਮੈਂ ਸਮੇਤ ਬਾਦ ਸਾਹਿਬ ਇਹ ਚੈਲੰਜ ਕਰਦਾ ਬਈ ਬਾਦ ਸਾਹਿਬ ਜਾਂ ਜਿਹੜੇ ਉਹਨਾਂ ਨੇ ਕਮੇਟੀ 'ਚ ਪਾਏ ਆ, ਤੁਸੀਂ ਇਹ ਦੱਸੋ ਤੁਹਾਨੂੰ ਗਰਾਊਂਡ ਲੈਵਲ ਦਾ ਲੀਡਰ ਚਾਹੀਦਾ, ਕੰਮ ਕਰਨ ਵਾਲਾ ਚਾਹੀਦਾ, ਕਿ ਜਿਹੜਾ ਉਦੋਂ ਪੈਰਾਸ਼ੂਟ ਵਾਲਾ ਸਿੱਟਣਾ ਉਹ ਚਾਹੀਦਾ। ਵਰਕਰ ਜਿਸ ਬੰਦੇ ਨੇ ਕੰਮ ਕਰਨਾ ਉਹਨੂੰ ਇੱਕ ਪਾਸੇ ਕੀਤਾ ਜਾਂਦਾ। ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਦੋਨੋਂ ਲੀਡਰ ਜਿਹੜੇ ਤੁਸੀਂ ਕਮੇਟੀ 'ਚ ਪਾਏ ਆ, ਉਹ ਤੁਹਾਨੂੰ ਮੈਂ ਮਹੱਲੇ ਦੱਸਾਂਗਾ, ਮੈਂ ਗਲੀਆਂ ਦੱਸਾਂਗਾ। ਜੇ ਉਹ ਨਾ ਦੱਸ ਦੇਣ ਵੀ ਇਹ ਹੈ ਕਿੱਥੇ ਨੇ ਤੇ ਸਰਦਾਰ ਜੀ ਮੈਂ ਸਿਆਸਤ ਛੱਡ ਦੇਵਾਂਗਾ। ਪਰ ਇਹ ਲੋਕ ਜਿਹੜੇ ਲੋਕਾਂ ਦੇ ਹੱਕ ਬਣਦੇ ਆ,
ਧਿਆਨ ਦੇਣਾ ਸਾਥ ਜੀ, ਮੈਂ 35 ਸਾਲ ਤੋਂ ਪਿੰਡਾਂ ਦੇ ਲੋਕ ਜੁੜੇ ਆ, ਸ਼ਹਿਰ ਦੇ ਲੋਕ ਜੁੜੇ ਆ, 35 ਸਾਲ ਤੋਂ ਲਗਾਤਾਰ ਇਹਨਾਂ ਦੇ ਨਾਲ ਤੁਰੇ ਆਏ ਆ। ਪਰ ਜਦੋਂ ਵਿਸ਼ਵਾਸ ਕੀਤਾ ਉਦੋਂ ਸਾਡਾ ਵਿਸ਼ਵਾਸਘਾਤ ਕੀਤਾ। ਅਸੀਂ ਆ ਮੇਰੇ ਬੈਠੇ ਨੇ ਸਾਥੀ ਬਲਜਿੰਦਰ ਸਿੰਘ ਜੀ ਠੇਕੇਦਾਰ, ਅਸੀਂ 13 ਕੌਂਸਲਰ ਜਿੱਤੇ, ਮੇਰੇ ਵੀਰ ਬੈਠੇ 13 ਕੌਂਸਲਰ ਜਿੱਤੇ। 13 ਕੌਂਸਲਰ ਜਿੱਤਣ ਤੋਂ ਬਾਅਦ 35 ਸਾਲ ਸਾਥ ਕਦੇ ਮਾਨ ਸਨਮਾਨ ਨਹੀਂ ਮਿਲਿਆ। ਸਾਡੀਆਂ ਵਿਰੋਧਤਾ ਜ਼ਰੂਰ ਕੀਤੀ। 2002 ਚ ਇਲੈਕਸ਼ਨ में हराने वाला ਇਹ ਸ਼ਖਸ ਸਰਦਾਰ ਜਰਨੈਲ ਸਿੰਘ ਦੀ ਬਾਤ ਸਾਡੇ ਕੋਲ ਸਬੂਤ ਸਾਡੇ ਕੋਲ ਮੰਨ ਵੀ ਚੁੱਕਾ ਵੀ ਮੈਂ ਹਰਾਇਆ ਸੀ। ਸੁਖਰਾਮ ਸਿੰਘ ਅਰਸ਼ੀ ਨੇ ਹਰਾਇਆ। ਮੇਰੇ ਵਾਰਡ ਵਿੱਚ ਰਹਿੰਦਾ, ਮੇਰੇ ਮਹੱਲੇ ਫਿਰ ਸਾਡਾ ਲੀਡਰ ਹੋਵੇ, ਉਸ ਲੀਡਰ ਨੂੰ ਹਰਾ ਰਿਹਾ ਹੋਵੇ। ਦੂਸਰੀ ਬੇਨਤੀ, 35 ਸਾਲ ਚ ਅਸੀਂ ਸਾਨੂੰ ਕੋਈ ਮਾਣ ਨਹੀਂ ਮਿਲਿਆ, ਪਰ ਅਸੀਂ ਜੋ ਪਾਰਟੀ ਨੇ ਸੇਵਾ ਦਿੱਤੀ ਅਸੀਂ ਤਨਦੇਹੀ ਨਾਲ ਸਾਰੀ ਟੀਮ ਨੇ ਨਾਲ, ਕਿਸੇ ਨੇ ਕੋਈ ਘੱਟ ਨਹੀਂ ਕੀਤੀ। ਸਾਨੂੰ ਚਾਹੇ ਮਾਣ ਮਿਲਿਆ, ਅਸੀਂ ਪਾਰਟੀ ਲਈ ਕੰਮ ਕੀਤਾ, ਕਿਸੇ ਵਿਸ਼ੇਸ਼ ਬੰਦੇ ਲਈ ਕੰਮ ਨਹੀਂ ਕੀਤਾ। ਪਰ ਇਹ ਲੋਕ ਇਹ ਬਲੈਕਮੇਲ ਕਰਦੇ ਰਹੇ। ਦੂਸਰੇ ਨੰਬਰ ਤੇ ਅੱਗੇ ਜਦੋਂ ਅਸੀਂ ਜਿੱਤੇ, ਇਹਨਾਂ ਕੋਲ ਅਸੀਂ ਆਪਣੇ ਅਧਿਕਾਰ ਦੇ ਦਿੱਤੇ ਵੀ ਜੇ ਤਾਂ ਸਾਡੇ ਸੀਨੀਅਰ ਤੁਸੀਂ ਹੋ, ਇਹ ਨਹੀਂ ਪਤਾ ਤੁਸੀਂ ਸਾਡੇ ਨਾਲ ਸਿਕਿਉਰਿਟੀ ਕਿੱਧਰੋਂ ਲੈਣੀ ਹੈ, ਤੁਸੀਂ ਲੇਡੀਜ਼ ਵਰਗ ਤੋਂ ਲੈਣੀ ਹੈ, ਤੁਸੀਂ ਐਸਸੀ ਵਰਗ ਤੋਂ ਲੈਣੀ ਹੈ, ਕਿ ਤੁਸੀਂ ਸਿਕਿਉਰਿਟੀ ਪਾਰਟੀ ਨਾਲ ਜੁੜੇ ਕਰਾਉਣੀ ਹੈ। ਜਿਸ ਪਾਸਿਓਂ ਵੀ ਸਿਕਿਉਰਿਟੀ ਲੈਣੀ ਹੋਵੇ, ਉਸ ਪਾਸਿਓਂ ਜਿਹੜਾ ਹੱਕ ਬਣਦਾ ਉਹਨੂੰ ਦਿੱਤਾ ਜਾਵੇ। ਭਾਵੇਂ ਇਹਨਾਂ ਨੇ ਲੇਡੀ ਵਰਗ ਨੂੰ ਇੱਕ ਪਾਸੇ ਕਰ ਦਿੱਤਾ, ਇਹਨਾਂ ਨੇ ਐਸਸੀ ਵਰਗ ਨੂੰ ਵੀ ਇੱਕ ਪਾਸੇ ਕਰ ਦਿੱਤਾ। ਚਲੋ ਜਨਰਲ ਵਰਗ ਨੂੰ ਲੈਣਾ ਸੀ, ਜਨਰਲ ਵਰਗ ਦੀ ਸਿਕਿਉਰਿਟੀ ਬਣਦੀ ਸੀ, ਉਹਨੂੰ ਵੀ ਦੇ ਦਿੰਦੇ, ਉਹਨੂੰ ਵੀ ਨਹੀਂ ਦਿੰਦਾ। ਰਾਤ ਦਾ ਫੈਸਲਾ ਕੁਝ ਹੋਰ ਸੀ, ਪਰ ਰਾਤ ਦੇ ਰਾਤ ਕੀ ਡਰਾਮਾ ਹੋਇਆ। ਇੱਕ ਬੰਦਾ ਜਿਹਦੀ ਖਾਤਰ ਹੁਣ ਪਾਰਟੀ ਦਿਮਾਗ ਹੋ ਰਹੀ ਹੈ, ਉਹਨੇ ਇੱਕ ਡਰਾਮਾ ਕੀਤਾ ਵੀ ਮੈਂ ਹਸਪੀਟਲ ਦਾਖਲ ਹੋ ਗਿਆ, ਹਸਪੀਟਲ ਦਾਖਲ ਅਟੈਕ ਹੋ ਗਿਆ, ਲਿਖ ਕੇ ਦਿੱਤਾ ਵੀ ਜੇ ਇਹ ਕੁਝ ਹੋ ਗਿਆ ਤੇ ਪਾਰਟੀ ਬਦਨਾਮ ਹੋਊਗੀ। ਉਹਨਾਂ ਤੋਂ ਰੁਪਈਏ ਲੈਣਾ ਕੀ ਹੋਇਆ, ਰਾਤੋਂ ਰਾਤ ਸਮੀਕਰਨਾਂ ਬਦਲ ਗਈਆਂ। ਜਿਹੜਾ ਡਿਪਟੀ ਮੇਅਰ ਅਸੀਂ ਉਹ ਸਭ ਕੁਝ ਬਦਲ ਗਿਆ। ਇਹ ਹੁਣ ਤੁਸੀਂ ਇੱਕ ਬੰਦੇ ਦੇ ਕਹਿਣ ਤੇ। ਦੂਸਰੀ ਬੇਨਤੀ, ਉਸ ਤੋਂ ਬਾਅਦ ਲਗਾਤਾਰ ਚੱਲਦੇ ਆਏ। ਸਾਡੇ ਪਹਿਲਾਂ ਹਲਕਾ ਇੰਚਾਰਜ ਜਰਨੈਲ ਸਿੰਘ ਬਾਸੇ ਕੋਈ ਬੰਦਾ ਨਹੀਂ ਸੀ ਬੋਲਦਾ, ਚਲੋ ਜਿਹੜਾ ਪਾਰਟੀ ਨੇ ਦਿੱਤਾ ਅਸੀਂ ਕੰਮ ਕਰਦੇ ਹਾਂ। ਕੋਈ ਅਜੇ ਤੱਕ ਸ਼ਿਕਾਇਤ ਨਹੀਂ ਆਈ, ਜੇ ਆਈ ਵੀ ਅਸੀਂ ਆਪਣੇ ਵਰਕਰਾਂ ਨੂੰ ਕਿਹਾ ਪਾਰਟੀ ਨਹੀਂ ਕੰਮ ਕਰਨਾ, ਕੋਈ ਗੱਲ ਨਹੀਂ ਕੰਮ ਕਰੋ। ਉਸ ਤੋਂ ਬਾਅਦ ਆਏ ਸਰਦਾਰ ਸਰਵਣ ਸਿੰਘ ਜੀ ਕੁਲਾਰ ਸਾਹਿਬ, ਇਕੱਲੇ ਰਾਜਨੀਤਿਕ ਨੇ, ਅਸੀਂ ਇਹਨਾਂ ਨੂੰ 1978 ਤੋਂ ਜਾਣਦੇ ਹਾਂ। ਸੰਘਰਸ਼ਾਂ ਵਿੱਚ ਵੀ ਪਾਰਟੀ ਦਾ ਸਾਥ ਦਿੱਤਾ, ਦਿਨ ਪਰ ਰਾਤ ਇੱਕ ਕੀਤਾ, ਪਰਿਵਾਰ ਲਈ ਕੋਈ ਪਰਵਾਹ ਨਹੀਂ ਕੀਤੀ। ਕੋਵਿਡ ਦੇ ਦਰਮਿਆਨ ਘਰ ਵਾਲੀ ਨੂੰ ਕੈਂਸਰ ਹੋਵੇ, ਅੱਜ ਨੂੰ ਕੈਂਸਰ ਹੋਵੇ, ਉਹ ਦੱਸੋ ਕੋਈ ਬੰਦਾ ਘਰੋਂ ਨਿਕਲ ਸਕਦਾ? ਸ਼ਾਬਾਸ਼ ਐਸੇ ਵਰਕਰ ਨੇ, ਕਹਿੰਦੇ ਪਾਰਟੀ ਪਹਿਲਾਂ, ਪਬਲਿਕ ਦੀ ਸੇਵਾ ਪਹਿਲਾਂ, ਬਾਕੀ ਸਾਰਾ ਪਰਿਵਾਰ ਬਾਅਦ ਚ। ਜਿੱਥੇ ਉਹ ਆਪ ਜੁੜੇ, ਸਾਰੀ ਪਾਰਟੀ ਟੀਮ ਨੂੰ ਨਾਲ ਲਾ ਕੇ ਕੋਵਿਡ ਦੇ ਦਰਮਿਆਨ ਲੰਗਰ ਦੀ ਸੇਵਾ ਕਰਦੇ ਰਹੇ, ਦਵਾਈਆਂ ਦੀ ਸੇਵਾ ਕਰਦੇ ਰਹੇ, ਆਕਸੀਜਨ ਦੀ ਸੇਵਾ ਕਰਦੇ ਰਹੇ। ਇਹ ਸ਼ਖਸ ਘਰੋਂ ਨਹੀਂ ਨਿਕਲਿਆ, ਜਿਨ੍ਹਾਂ ਨੂੰ ਤੁਸੀਂ ਇੱਥੇ ਇੰਚਾਰਜ ਲਾਏ ਨਹੀਂ ਘਰੋਂ ਨਿਕਲੇ। ਇਹਨਾਂ ਨੂੰ ਕਹਿ ਕੇ ਬਾਹਰ ਕੱਢਿਆ, ਪਰ ਫਿਰ ਵੀ ਕਹਾ ਇਹਨਾਂ ਨੂੰ ਸਤਿਕਾਰ ਦਿੱਤਾ ਵੀ ਸਾਡੇ ਸੀਨੀਅਰ ਨੇ। ਅੱਗੇ ਚੱਲ ਜਾਓ, ਹੁਣ ਕਿਉਂ ਨਹੀਂ ਮੌਜੂਦ? ਇੱਕ ਮਿੰਟ ਲਾ ਰਹੀ ਉਹਨਾਂ ਨੂੰ, ਕਿਉਂ? ਉਹਨਾਂ ਨੂੰ ਪਤਾ ਤਾਂ ਲੱਗਿਆ ਹੋਇਆ ਕੀ ਹੈ। ਲਿਖਦੀ ਆਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹਿ ਰਹੀ, ਅਸੀਂ ਲਿਖੀਆਂ ਨਹੀਂ, ਕਿਉਂਕਿ ਲਿਖਿਆ ਵੀ ਮੇਰਾ ਹੀ ਹੈ, ਕੋਈ ਗੱਲ ਨਹੀਂ, ਮੈਨੂੰ ਪਤਾ ਹੈ। ਮੈਂ ਉਹ ਗੱਲਾਂ ਕਹਿ ਰਿਹਾ ਜਿਹੜੀਆਂ ਉਹ ਲਿਖੀਆਂ ਨਹੀਂ ਜਾ ਸਕਦੀਆਂ। ਮੈਂ ਬੇਨਤੀ ਕਰਾਂ ਵਾਲੀਆ ਸਾਹਿਬ, ਇਹ ਜਿਹੜੀ ਪਬਲਿਕ ਹੈ ਇਹ ਸਾਡੇ ਨਾਲ ਕਿਉਂ ਜੁੜਦੀ ਹੈ ਵੀ ਮੇਰੇ ਦੁੱਖ ਤੇ, ਮੇਰੇ ਸੁੱਖ ਤੇ, ਮੇਰੀ ਖੁਸ਼ੀ ਵਿੱਚ, ਮੇਰੀ ਗਮੀ ਵਿੱਚ ਇਹ ਲੋਕ ਹੋਣ, ਇਹ ਵੱਡੇ ਲੋਕ ਹੋਣ, ਮੇਰਾ ਮਾਣ ਸਤਿਕਾਰ ਮਿਲਦਾ। ਹੋਰ ਤਾਂ ਇਹਨਾਂ ਨੇ ਕੋਈ ਸਾਡੇ ਕੋਲ ਤਨਖਾਹ ਨਹੀਂ ਲੈਣੀ, ਅਸੀਂ ਕੋਈ। ਪਰ ਸਰਦਾਰ ਜਰਨੈਲ ਸਿੰਘ ਕਿਸੇ ਦੇ ਜਨਮ ਤੇ ਨਹੀਂ, ਕਿਸੇ ਦੇ ਮਰਨ ਤੇ ਨਹੀਂ, ਕਿਸੇ ਦੇ ਖੁਸ਼ੀ ਤੇ ਨਹੀਂ, ਕਿਸੇ ਦੇ ਗਮੀ ਤੇ ਨਹੀਂ। ਸਰਦਾਰ ਸਰਵਣ ਸਿੰਘ ਜੀ ਕਲਾਰ ਭਾਵੇਂ 2 ਮਿੰਟ ਨਹੀਂ ਗਏ ਹੋਣ, ਕਿਸੇ ਹੱਥ ਨਹੀਂ ਗਏ ਹੋਣ, ਕੋਈ ਬੰਦਾ ਹੱਥ ਖੜਾ ਕਰਕੇ ਕਹਿੰਦੇ ਵੀ ਮੈਂ ਸਰਵਣ ਸਿੰਘ ਕਲਾਰ ਨੂੰ ਸੁਨੇਹਾ ਦਿੱਤਾ, ਉਹ ਮੇਰੇ ਦੁੱਖ ਸੁੱਖ ਤੇ ਖੁਸ਼ੀ ਗਮੀ ਵਿੱਚ ਨਹੀਂ ਆਏ। ਅੱਜ ਕੀ ਹੋਇਆ? ਅੱਜ ਦੀ ਇਹ ਵੀ ਤੁਹਾਨੂੰ ਮੈਂ ਦੱਸਣੀ ਚਾਹੁੰਦਾ। ਮੈਂ 1 ਮਿੰਟ ਤੁਹਾਨੂੰ ਗੱਲ ਸਮਝਾਉਣੀ ਚਾਹੁੰਦਾ ਬਈ ਇਹ ਜਿਹੜੇ ਲੋਕ ਹੁੰਦੇ ਨੇ ਨਾ, ਇਹਨਾਂ ਦੇ ਕੋਈ ਲੀਡਰ ਆਵੇ ਜਾਂ ਨਾ ਆਵੇ, ਇਸ ਗੱਲ ਦਾ ਬਹੁਤ ਇਹਨਾਂ ਨੂੰ ਫਰਕ ਨਹੀਂ। ਫਰਕ ਇਹਨਾਂ ਨੂੰ ਉਦੋਂ ਪੈਂਦਾ ਜਦੋਂ ਉਹ ਵਿਰੋਧੀ ਦੇ ਘਰੋਂ ਕੋਈ ਲੀਡਰ ਚੱਲੇ। ਇਹ ਜਿਹੜੀ ਦੁਫਾੜ ਸ਼ੁਰੂ ਹੋਈ ਹੈ ਜਦੋਂ 23 ਹਲਕਿਆਂ ਦੀ ਰੈਲੀ ਇਸ ਹਲਕੇ ਵਿੱਚ ਹੋਈ। ਵੈਸੇ ਮੈਂ ਪਿਛੋਕੜ ਵਿੱਚ ਜਾਵਾਂ, ਜਦੋਂ ਸਰਦਾਰ ਸੁਰਿੰਦਰ ਸਿੰਘ ਜੀ ਵਾਲੀਆ, ਜਿਨ੍ਹਾਂ ਨੂੰ ਅਸੀਂ ਜ਼ਿਲ੍ਹੇ ਦਾ ਇੱਕ ਦਾ ਸ਼ਹਿਰੀ ਪ੍ਰਧਾਨ ਬਣਾਇਆ ਸੀ, ਉਹਨਾਂ ਨੂੰ ਪ੍ਰਧਾਨ ਬਣਾਉਣ ਲਈ ਡੈਲੀਗੇਟ ਮੈਂਬਰਸ਼ਿਪ ਜਿਹੜੀਆਂ ਮੈਂਬਰਸ਼ਿਪ ਕਦੀ ਕਿਸੇ ਨੇ ਨਹੀਂ ਬਣਾਈ।
ਮੈਂਬਰਸ਼ਿਪ ਸਦਾ ਬਣਦੀ ਹੈ, ਕੁਲਾਰ ਸਾਹਿਬ ਦੀ ਰਹਿਨਮਾਈ ਬਣਦੀ ਹੈ। ਅੱਜ ਵੀ ਤੁਸੀਂ ਲਾਨੀਆਂ ਦੇ ਅੱਗੇ ਇਹਨਾਂ ਨੇ ਮੈਂਬਰਸ਼ਿਪ ਬਣਾਈ ਹੋਵੇ, ਮੈਂਬਰਸ਼ਿਪ ਬਣਾਈ ਕੁਲਾਰ ਸਾਹਿਬ ਨੇ, ਉਦੋਂ ਵੀ ਮੈਂਬਰਸ਼ਿਪ ਬਣਾਈ ਕੁਲਾਰ ਸਾਹਿਬ ਨੇ। ਡੈਲੀਗੇਟਾਂ ਦੇ ਆਧਾਰ ਤੇ ਪ੍ਰਧਾਨ ਦੀ ਚੋਣ ਹੁੰਦੀ ਹੈ, ਉਦੋਂ ਵੀ ਅਸੀਂ ਕੀਤੀ ਵਾਲੀਆ ਸਾਹਿਬ ਨੂੰ ਅਸੀਂ ਪ੍ਰਧਾਨ ਬਣਾਉਣਾ ਹੈ। ਇਹਨਾਂ ਨੇ 6 ਮਹੀਨੇ 7 ਮਹੀਨੇ ਇਹੀ ਪਾਉਣਾ ਪਾ ਰੱਖਿਆ ਵੀ ਇਹਨੂੰ ਪ੍ਰਧਾਨ ਨਹੀਂ ਬਣਨਾ। ਉੱਥੇ ਸਰਦਾਰ ਨਹੀਂ ਕਿਵੇਂ ਇੱਕ ਮਿੰਟ ਦੱਸਣਾ ਵੀ ਹੋਇਆ ਕੀ ਹੈ, ਸਮਝ ਆ ਰਿਹਾ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਸੁਰਿੰਦਰ ਸਿੰਘ ਵਾਲੀਆ ਦੇ ਘਰ ਲਿਆਉਣ ਦਾ ਯਤਨ ਕੀਤਾ ਵੀ ਉਹਨਾਂ ਦੇ ਘਰ ਲਿਆਂਦਾ ਜਾਵੇ। ਇਹਨਾਂ ਨੇ ਜੋ ਅੱਜ ષੜਯੰਤਰ ਹੋ ਰਿਹਾ, ਅੱਜ ਤੁਸੀਂ ਸਾਡੇ ਮਹਿਮਾਨ ਹੋਣਾ, ਇਹਨਾਂ ਨੇ ਅੱਜ ਵੀ ષੜਯੰਤਰ ਨਹੀਂ ਕੀਤਾ ਵੀ ਉਹਦਾ ਨਹੀਂ ਤੁਸੀਂ ਪਹਿਲਾਂ ਸਾਡੇ ਆ ਜਾਓ। ਬਾਦਲ ਸਾਹਿਬ ਨੇ ਵਾਲੀਆ ਸਾਹਿਬ ਦੇ ਘਰ ਆਉਣਾ, ਇਹ ਸੁਨੇਹੇ ਲਾ ਰਹੇ ਆ ਵੀ ਮਿਲੇ ਹੋਣਾ ਜੀ, ਤੁਸੀਂ ਉੱਥੇ ਆ ਜਾਓ। ਆ ਮੇਰੇ ਸਾਥੀ ਬੈਠੇ ਆ, ਇਹਨਾਂ ਤੋਂ ਤੁਹਾਡਾ ਦੱਸ ਦੇਣਗੇ ਵੀ ਗੱਲ ਹੋਈ ਕਿ ਨਹੀਂ ਹੋਈ। ਪਰ ਬਾਦਲ ਸਾਹਿਬ ਨੇ ਇੱਕੋ ਗੱਲ ਕਿਹਾ ਵੀ ਜਿੱਥੇ ਸਾਨੂੰ ਸੱਦਿਆ ਅਸੀਂ ਉੱਥੇ ਆਵਾਂਗੇ। ਬਾਦਲ ਸਾਹਿਬ ਸਿੱਧੇ ਘਰ ਆਏ। ਉਸ ਤੋਂ ਬਾਅਦ ਹੁਣ ਕੀ ਹੋਇਆ, 23 ਹਲਕਿਆਂ ਦੀ ਰੈਲੀ ਹੋਈ, ਸਾਰੇ ਲੀਡਰ ਸਾਹਿਬ ਰੈਲੀ 'ਚ ਆਏ ਤੇ ਉਹਨਾਂ ਨੇ ਦੇਖਿਆ ਕਿ ਸਰਬਤ ਸਿੰਘ ਜੀ ਕਲਾਰ ਹਲਕਾ ਇੰਚਾਰਜ ਹੈ, ਵੀ ਇਹਨਾਂ ਦੇ ਘਰ 2 ਮਿੰਟ ਵਾਸਤੇ ਚੱਲੀਏ। ਇਹਨਾਂ ਦੇ ਘਰ ਉਹ ਚੱਲ ਗਏ। ਉਦਣ ਤੋਂ ਬਗੈਰ ਜੋ ਗੱਲਾਂ ਟੈਲੀਫੋਨ ਤੇ ਜਾਂ ਆਪਣੇ ਸਾਹਮਣੇ ਹੋਈਆਂ ਉਹ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ। ਫਿਰ ਜਦੋਂ ਸੁਖਬੀਰ ਸਿੰਘ ਜੀ ਬਾਦਲ ਆਏ, ਉਹ ਕਿਸੇ ਦੇ ਘਰ ਅਫਸੋਸ ਕਰਨ ਲਈ ਚਲ ਗਿਆ, ਮੇਰਾ ਹਿੰਦੂ ਵੀਰ ਖੜਾ, ਹੋਰ ਗੱਲ ਕੁਛ ਨਹੀਂ, ਆ ਹਿੰਦੂ ਵੀਰ ਖੜਾ ਮੇਰਾ, ਇਹਦੇ ਬ੍ਰਦਰ ਦੀ ਡੈਥ ਹੋ ਗਈ, ਇਹਦੇ ਘਰ ਇਹਨਾਂ ਨੂੰ ਬਿਨਾਂ ਪੁੱਛੇ ਤੋਂ ਅਫਸੋਸ ਕਰਨ ਲਈ ਚਲ ਗਏ। ਇਸ ਗੱਲ ਦਾ ਫਿਰ ਉਹਨਾਂ ਨੇ ਵਾਰੋਲਾ ਖੜਾ ਕਰ ਦਿੱਤਾ ਵੀ ਸਾਡੇ ਪੁੱਛੇ ਤੋਂ ਬਗੈਰ ਉਹਦੇ ਘਰ ਕਿਉਂ ਅਫਸੋਸ ਕਰਨ ਲਈ ਚਲ ਗਿਆ। ਕਿ ਬਾਦਲ ਸਾਹਿਬ ਨੂੰ ਅਸੀਂ ਕਹਿ ਸਕਦੇ ਹਾਂ ਵੀ ਤੁਸੀਂ ਕਿਉਂ ਕਹੋ ਜੀ। ਉਹ ਜਿਹੜੀ ਇਹਨਾਂ ਨੇ ਉਸੇ ਰਾਤ ਨੂੰ ਇਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਪਿਆ ਵੀ ਅੱਛੀ ਸਾਹਿਬ ਜੀ ਤੁਸੀਂ ਪ੍ਰਧਾਨ ਹੋ, ਵੀ ਤੁਹਾਡੇ ਨੋਟਸ ਆਏ, ਉਹਨਾਂ ਦੇ ਘਰ ਗਏ, ਤੁਹਾਨੂੰ ਦੱਸਿਆ। ਮੈਂ ਕਿਹਾ ਜੀ ਮੈਨੂੰ ਤੇ ਪਤਾ ਨਹੀਂ। ਮੈਂ ਕਿਹਾ ਜੀ ਮੇਰਾ ਸਾਥੀ ਦਿਹਾਤੀ ਪ੍ਰਧਾਨ ਹੈ, ਇਹਨੂੰ ਪੁੱਛ ਲੈਣਾ ਕੱਲੀ ਨੂੰ। ਤੇ ਇਹਨੂੰ ਪੁੱਛਿਆ, ਕਹਿੰਦਾ ਜੀ ਪਤਾ ਤਾਂ ਮੈਨੂੰ ਵੀ ਨਹੀਂ। ਮੈਂ ਕਿਹਾ ਜੀ ਚਲੋ ਸਾਨੂੰ ਤੇ ਪਤਾ ਨਹੀਂ, ਪਰ ਉਹਨਾਂ ਨੇ ਜੂਨੀਅਰ ਵਰਕਰ ਹੈ ਸਾਡਾ, ਜੂਨੀਅਰ ਸਾਡਾ ਬੱਚਾ ਜੂਨੀਅਰ, ਉਹਨਾਂ ਨੇ ਜੋ ਸ਼ਬਦਾਵਲੀ ਵਰਤੀ ਉਹ ਮੇਰੇ ਕੋਲ ਰਿਕਾਰਡ ਹੈ, ਮੈਂ ਤੁਹਾਨੂੰ ਸੁਣਾ ਵੀ ਸਕਦਾ। ਇੱਕ ਪ੍ਰਧਾਨ ਦੇ ਬਦਲੇ ਜਾਂ ਸਾਡੇ ਬਦਲੇ ਉਸ ਤੋਂ ਉਹਨਾਂ ਦੀ ਸੁਣਨੀ ਹੈ ਜੀ। ਇਸ ਲਈ ਇਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਹੁਣ ਜੋ ਕੁਝ ਹੋਇਆ ਇਹ ਉਸ ਇੱਕ ਬੰਦੇ ਨੂੰ ਪ੍ਰਮੋਟ ਕਰਨ ਬਦਲੇ ਬਾਕੀ ਜੋ ਇਹਦੀਆਂ ਆਪਣੀਆਂ ਕਾਰਵਾਈਆਂ ਹੈਗੀਆਂ ਸਮਾਜ ਪ੍ਰਤੀ, ਕਿਸਾਨਾਂ ਪ੍ਰਤੀ, ਉਹ ਤੁਹਾਨੂੰ ਸਭ ਲਿਖ ਕੇ ਦਿੱਤਾ। ਉਹ ਤੁਸੀਂ ਪੜਚੋਲ ਕਰਨ ਬਾਅਦ ਹੁਣ ਤੁਹਾਡੇ ਹੱਥ ਹੈ ਵੀ ਇੱਥੇ ਗੱਲ ਕਿੱਥੇ ਖੜੀ ਹੈ। ਇਸ ਲਈ ਤੁਹਾਨੂੰ ਹੱਥ ਜੋੜ ਕੇ ਅਪੀਲ ਹੈ ਵੀ ਅਸੀਂ ਜੇ ਤੁਸੀਂ ਇਲੈਕਸ਼ਨ ਜਿੱਤਣੀ ਚਾਹੁੰਦੇ ਹੋ, ਇਹ ਤੋਂ ਬਾਅਦ ਅਸੀਂ ਕੋਈ ਇਲੈਕਸ਼ਨ ਹਾਰੀ ਨਹੀਂ, ਜਾਂ ਚਲੇ ਵੀ ਗਿਆ ਉਹ ਵੀ ਇਹੀ ਜਿੱਤਦੇ ਸਨ। ਅੱਜ ਵੀ ਇਹਨਾਂ ਨੂੰ ਜਾਣ ਤੋਂ ਬਾਅਦ ਵੀ ਅਸੀਂ ਇਹਨਾਂ ਲੋਕਾਂ ਨੇ ਜਿੱਤੇ ਆ। ਜੇ ਇਲੈਕਸ਼ਨ ਜਾਂ ਪਾਰਟੀ ਨੂੰ ਇੱਕ ਵਾਰ ਬਣਾ, ਇਹ ਤੁਹਾਡੇ ਹੱਥ ਜੋੜ ਕੇ ਇਹਨਾਂ ਨੂੰ ਵੀ ਬੇਨਤੀ ਕੀਤੀ ਸੀ ਬਿਠਾ ਕੇ ਵੀ ਤੁਸੀਂ ਇਹ ਪਰਿਵਾਰ ਹੈ ਤੁਹਾਡਾ, ਇਹਨੂੰ ਇੱਕ ਕਰੋ। ਪਰ ਇਹਨਾਂ ਨੇ ਅਖੀਰ ਤੇ ਆਣ ਕੇ ਸਮਝੌਤਾ ਹੋਇਆ, ਇਹ ਦੋਨੋਂ ਹੀ ਬੰਦੇ ਉੱਠ ਕੇ ਚਲ ਗਏ। ਇਹਨਾਂ ਨੇ ਪਾਰਟੀ ਨੂੰ ਦੁਫਾੜ ਕਰਤਾ, ਪ੍ਰਣ ਕਰ ਲਿਆ। ਇਸ ਲਈ ਤੁਹਾਨੂੰ ਬੇਨਤੀ ਹੈ ਕਿ ਸਾਡੀ ਇੱਕੋ ਹੀ ਇੱਕ ਬੇਨਤੀ ਆ ਵੀ ਇਹਨੂੰ ਸਰਬਤ ਸਿੰਘ ਕਲਾਰ ਨੂੰ ਦਾ ਜਿਹੜਾ ਹਲਕਾ ਇੰਚਾਰਜ ਬਹਾਲ ਕੀਤਾ ਜਾਵੇ ਤੇ ਇਹ 4 ਮੈਂਬਰੀ ਜਿਹੜੀ ਕਮੇਟੀ ਹੈ ਇਹ ਮੁੱਢੋਂ ਰੱਦ ਕੀਤੀ ਜਾਵੇ। ਤਦ ਹੀ ਸਾਡਾ ਕੋਈ ਸਮਝੌਤਾ ਹੈ। ਅਸੀਂ ਪਾਰਟੀ ਦੇ ਨਾਲ ਹਾਂ, ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦਿੱਤਾ, ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ ਕਿਉਂਕਿ ਅਸੀਂ ਸਾਡੀ ਪਾਰਟੀ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਰਚੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਉਹ ਹੁਣ ਆਏ ਬੈਠੇ ਨੇ। ਆਪਾਂ ਜਿਹੜੀ ਕੋਈ ਗੱਲ ਕਰਨੀ ਹੈ ਉਹ 5 ਮੈਂਬਰ ਨਿਯਤ ਕਰਾਂਗੇ, ਉਹ ਉਹਨਾਂ ਦੇ ਨਾਲ ਵੱਖਰੇ ਬੈਠ ਕੇ ਗੱਲ ਕਰ ਲੈਣਗੇ। ਬਾਕੀ ਉਹ ਇਹਦੇ ਆਧਾਰ ਤੇ ਕਰਨਗੇ ਜਿਹੜੀ ਆਪਾਂ ਆ ਰਿਪਰੈਜ਼ੈਂਟੇਸ਼ਨ ਬਣਾਈ ਹੈ। ਤੇ ਆਰਚੀ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਬਿਲਕੁਲ ਸੱਚ ਔਰ ਦਰੁਸਤ ਕਹੀਆਂ ਨੇ, ਕਿਉਂਕਿ ਹੁਣ ਵੀ ਜਿਹੜੀ ਇਹ ਕਮੇਟੀ ਬਣਾਈ ਹੈ ਵਾਲੀਆ ਸਾਹਿਬ ਤੇ ਢਪਈ ਸਾਹਿਬ, ਉਹ ਕਈ ਵਾਰ ਇੱਦਾਂ ਹੁੰਦੀ ਹੈ ਵੀ ਜਿਹੜੇ ਇਹ ਲੀਡਰ ਆ, ਪਿਛਲੀ ਵਾਰੀ ਜਦੋਂ ਸਰਕਾਰਾਂ ਬਣਦੀਆਂ ਰਹੀਆਂ ਤੁਹਾਡੇ ਸਾਹਮਣੇ ਕੰਮ ਅਸੀਂ ਵੀ ਕਰਦੇ ਰਹੇ, ਪਰ ਉਹਦੇ ਵਿੱਚ ਜਦੋਂ ਆਈ ਵਾਰੀ ਆਈ ਕਮੇਟੀਆਂ ਬਣਾਉਣ ਦੀ, ਗ੍ਰੀਵੈਂਸਸ ਕਮੇਟੀ, ਪਲਾਨਿੰਗ ਬੋਰਡ, ਉਹਦੇ ਵਿੱਚ ਆਪਣੇ ਧੀਆਂ ਪੁੱਤ ਸ਼ਾਮਲ ਕੀਤੇ ਸੀ। ਹੁਣ ਵੀ ਅਸੀਂ ਇਸ ਗੱਲ ਤੋਂ ਡਰਦੇ ਹਾਂ ਕਿ ਇਹਨਾਂ ਨੇ ਆਪਣੇ ਤੋਂ ਬਾਦ ਸਾਹਿਬ ਆਪ ਮੈਂਬਰ ਬਣ ਗਏ, ਨਾਲ ਉਹ ਸਨੀ ਬੇਟਾ ਉਹਨਾਂ ਦਾ ਉਹ ਬਣਾ ਲਿਆ। ਇਸ ਕਰਕੇ ਵਰਕਰਾਂ ਦੇ ਵਿੱਚ ਇਤਰਾਜ਼ ਆ। ਹੁਣ ਮੈਂ ਬੇਨਤੀ ਕਰਾਂਗਾ ਸਰ ਹਰਜੀਤ ਸਿੰਘ ਜੀ ਵਾਲੀਆ ਜੋ ਮੇਰਾ ਵੀਰ ਹੈ ਔਰ ਅੱਜ ਕੱਲ੍ਹ ਜ਼ਿਲ੍ਹੇ ਦੇ ਜਿਹੜੇ ਜਥੇਦਾਰ ਨੇ, ਜ਼ਿਲ੍ਹਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਉਪਰੰਤ 5 ਮੈਂਬਰੀ ਕਮੇਟੀ ਨਾਲ ਵੱਖਰੇ ਬੈਠ ਕੇ ਗੱਲ ਕਰੇਗੀ, ਉਹ ਆਪਣੀ ਜਿਹੜੀ ਸਾਰੀ ਗੱਲ ਜਾਣ ਕਰਾ ਦੇ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। परम सत्कारयोग
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਜੀ ਢਪਈ, ਹਲਕਾ ਕਪੂਰਥਲਾ ਦੀ ਮੇਰੇ ਨਾਲ ਟੀਮ ਆਈ, ਸਰ ਸੁਖਦੇਵ ਸਿੰਘ ਜੀ ਕਾਦੂਪੁਰ, ਕਮਲਜੀਤ ਸਿੰਘ ਜੀ, ਸਰਦਾਰ ਸੁਰਜੀਤ ਸਿੰਘ ਜੀ ਤੇ ਫਗਵਾੜਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਸਾਹਿਬਾਨ, ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਵਰਕਰ ਸਾਹਿਬਾਨ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਆ। ਬੜਾ ਜੋਸ਼ ਦੇਖਿਆ ਉਹਨਾਂ ਕਿ ਜਦੋਂ ਸਰਕਾਰ ਬਣਨੀ ਹੋਵੇ ਅਕਾਲੀ ਦਲ ਦੀ ਤਾਂ ਉਦੋਂ ਵਰਕਰਾਂ ਦੇ ਵਿੱਚ ਜੋਸ਼ ਭਰਨ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਖ-ਵੱਖ ਜਗ੍ਹਾ ਤੇ ਜਾ ਕੇ ਮੀਟਿੰਗਾਂ ਕਰਦੇ ਆ। ਜਿੱਥੇ ਪਾਰਟੀ ਪ੍ਰਧਾਨ ਨੇ ਸਾਡੀਆਂ ਜ਼ਿੰਮੇਵਾਰੀਆਂ ਲਗਾਈਆਂ ਕਿ ਜਿੱਦਾਂ ਕਪੂਰਥਲਾ ਜ਼ਿਲ੍ਹਾ ਜਿਹਦੇ ਵਿੱਚ 4 ਹਲਕੇ ਫਗਵਾੜਾ, ਭਲੱਥ, ਸੁਲਤਾਨਪੁਰ ਲੋਧੀ ਤੇ ਕਪੂਰਥਲਾ, ਜਿਸ ਦਿਨ ਤੋਂ ਸਾਨੂੰ ਪ੍ਰਧਾਨ ਜੀ ਨੇ ਜ਼ਿੰਮੇਵਾਰੀ ਸੌਂਪੀ ਹੈ, ਮੇਰੇ ਨਾਲ ਸਾਥ ਦਵਿੰਦਰ ਸਿੰਘ ਢਪਈ, ਅਸੀਂ ਦੋਨੋਂ ਜਾਣੇ ਇੱਕ ਜਿੰਦ ਜਾਨ ਹੋ ਕੇ ਪਾਰਟੀ ਨੂੰ ਉੱਪਰ ਚੁੱਕਣ ਵਾਸਤੇ ਸਾਰੇ ਹਲਕਿਆਂ ਦੇ ਵਿੱਚ ਮੀਟਿੰਗਾਂ ਕਰਦੇ ਆ। ਉੱਥੋਂ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਹਰ ਰੋਜ਼ ਅਸੀਂ ਹਲਕਾ ਇੰਚਾਰਜਾਂ ਦੇ ਵਿਚਾਰ ਵੀ ਸੁਣਦੇ ਆ ਤੇ ਜੋ ਵੀ ਉੱਥੋਂ ਦੀਆਂ ਸਮੱਸਿਆ ਹੁੰਦੀਆਂ ਅਸੀਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਨਿਗਾਹ ਦੇ ਵਿੱਚ ਲੈ ਕੇ ਆਉਂਦੇ ਆ। ਅਸੀਂ ਪਹਿਲੇ ਦਿਨ ਤੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਸਾਡੀ ਡਿਊਟੀ ਲਗਾਈ ਹੈ, ਅਸੀਂ ਕਪੂਰਥਲਾ ਦੇ ਵਿੱਚ ਹੈੱਡ ਆਫਿਸ ਹੋਣ ਕਰਕੇ ਅਸੀਂ ਦਫ਼ਤਰ ਵੀ ਖੋਲ੍ਹਿਆ ਉੱਥੇ ਜ਼ਿਲ੍ਹੇ ਦਾ ਕਿ ਕਿਸੇ ਨੂੰ ਕੋਈ ਸਮੱਸਿਆ ਆਵੇ ਉਹ ਆ ਕੇ ਆਪਣੀ ਸਮੱਸਿਆ ਸਾਡੇ ਦਫ਼ਤਰ ਵਿੱਚ ਦੱਸ ਸਕਦਾ, ਕਿਉਂਕਿ ਹੈੱਡਕੁਆਟਰ ਹੋਣ ਕਰਕੇ ਸਾਡੀਆਂ ਜ਼ਿੰਮੇਵਾਰੀਆਂ ਜੋ ਪਾਰਟੀ ਪ੍ਰਧਾਨ ਨੇ ਲਾਈਆਂ ਉਹ ਸਾਨੂੰ ਨਿਭਾਉਣ ਵਾਸਤੇ ਉਹਨਾਂ ਨੇ ਜਿਹੜੀ ਜ਼ਿੰਮੇਵਾਰੀ ਸੌਂਪੀ, ਅਸੀਂ ਸਾਰੇ ਹਲਕਾ ਇੰਚਾਰਜ ਤੇ ਵਰਕਰਾਂ ਦੇ ਨਾਲ ਰਲ ਕੇ ਅਸੀਂ ਕੰਮ ਕਰਦੇ ਹਾਂ। ਪਰ ਜਿਹੜੀ ਤੁਹਾਡੇ ਹਲਕੇ ਫਗਵਾੜੇ ਦੀ ਜਿਹੜੀ ਸੀਟ ਹੈ ਇਹ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਈ ਹੈ। ਮੈਂ ਦੇਖ ਰਿਹਾ ਸੀ ਜਿੱਥੇ ਵਰਕਰ ਇੰਨੇ ਉਤਸ਼ਾਹ ਵਿੱਚ ਨੇ, ਉੱਥੇ ਆਪਾਂ ਬਹੁਜਨ ਸਮਾਜ ਪਾਰਟੀ ਦੇ ਲੀਡਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਸਭ ਤੋਂ ਪਹਿਲਾਂ ਮੀਟਿੰਗਾਂ ਕਰਕੇ ਆਪਾਂ ਇਸ ਹਲਕੇ ਨੂੰ ਜਿਤਾਉਣ ਵਾਸਤੇ ਪੂਰੀ ਆਪਾਂ ਜ਼ੋਰ ਲਾਈਏ। ਮੈਂ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਇਹ ਫਗਵਾੜੇ ਵੰਗਰ ਸਾਰੇ ਵਰਕਰ ਸਾਹਿਬਾਨ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨ। ਜੋ ਤੁਹਾਡੇ ਫਗਵਾੜੇ ਦੇ ਵਿੱਚ ਹਲਕਾ ਇੰਚਾਰਜ